ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਸੋ ਆਓ ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਭਾਵ ਕਿ ਘੰਟੀ ਨੂੰ ਦਬਾ ਲਵੋ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸੰਗਤ ਜੀ, ਲਾਈਕ ਵੀ ਜ਼ਰੂਰ ਕਰਿਆ ਕਰੋ। ਤੁਹਾਡੇ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ। ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ। ਸਿਆਲਕੋਟ ਪਾਕਿਸਤਾਨ 1947 ਦਾ ਉਹ ਦਰਦਨਾਕ ਦੌਰ ਨੇ ਲੱਖਾਂ ਕਰੋੜਾਂ ਘਰਾਂ ਨੂੰ ਜਲਾ ਕੇ ਖਾਕ ਕਰ ਦਿੱਤਾ। ਲੋਕਾਂ ਦੀ ਧਰਮ ਦੇ ਨਾਂ ਤੇ ਅਦਲਾ ਬਦਲੀ ਹੋਈ। ਸਿੱਖ ਤੇ ਹਿੰਦੂ ਲੋਕ ਹਿੰਦੁਸਤਾਨ ਤੇ ਮੁਸਲਮਾਨ ਲੋਕ ਪਾਕਿਸਤਾਨ ਦੀ ਸਾਈਡ। ਗੁਰਸੇਵਕ ਸਿੰਘ, ਜਿਨ੍ਹਾਂ ਦਾ ਇੰਗਲੈਂਡ ਦੇ ਵਿੱਚ ਕੰਸਟਰਕਸ਼ਨ ਦਾ ਕਾਰੋਬਾਰ ਹੈ, ਪਿਛਲੇ 40 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਲੰਡਨ ਦੇ ਵਿੱਚ ਰਹਿ ਰਹੇ ਨੇ। ਗੁਰੂ ਮੰਤਰ ਦੇ ਵਿੱਚ ਲੀਨ ਗੁਰਸੇਵਕ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਲੰਡਨ ਦੇ ਵਿੱਚੋਂ ਫੈਲਾਈ। ਗੁਰਸੇਵਕ ਸਿੰਘ ਨੇ ਆਪਣੇ ਜੀਵਨ ਦੀ ਇੱਕ ਅਜਿਹੀ ਘਟਨਾ ਸਾਂਝੀ ਕੀਤੀ ਕਿ ਜਿਸ ਨੂੰ ਸੁਣ ਕੇ ਤੁਸੀਂ ਤੰਗ ਰਹਿ ਜਾਓਗੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ ਇੱਕ ਅਟੁੱਟ ਬੰਧਨ ਜਿਸ ਨੂੰ ਦੋ ਦੇਸ਼ਾਂ ਦੀ ਲਕੀਰਾਂ ਵੀ ਮਿਟਾ ਨਾ ਸਕੀਆਂ। ਗੁਰਸੇਵਕ ਸਿੰਘ ਜੀ ਦੱਸਦੇ ਨੇ ਕਿ ਇੰਗਲੈਂਡ ਦੇ ਵਿੱਚ ਉਹ ਲੋਕਾਂ ਦੇ ਲਈ ਨਵੇਂ ਘਰ ਬਣਾਉਂਦੇ ਨੇ ਅਤੇ ਪੁਰਾਣੇ ਘਰ ਦੀ ਰਿਪੇਅਰ ਕਰਦੇ ਨੇ। ਇਸ ਤਰ੍ਹਾਂ ਇੱਕ ਵਾਰ ਇੱਕ ਮੁਸਲਮਾਨ ਭਾਈ ਦੇ ਘਰ ਕੰਮ ਮਿਲਿਆ। ਉਹਨਾਂ ਨੇ ਇੱਕ ਇਲਾਕੇ ਦੇ ਵਿੱਚ ਪੁਰਾਣਾ ਘਰ ਖਰੀਦਿਆ ਸੀ ਅਤੇ ਉਸ ਪੁਰਾਣੇ ਘਰ ਨੂੰ ਰਿਪੇਅਰ ਕਰਕੇ ਨਵਾਂ ਘਰ ਬਣਾਉਣਾ ਸੀ। ਸ਼ਾਹਿਦ ਖਾਨ ਉਹਨਾਂ ਦਾ ਨਾਮ ਸੀ ਅਤੇ ਉਹ ਬਹੁਤ ਵਧੀਆ ਇਨਸਾਨ ਸੀ। ਘਰ ਦੀ ਰਿਪੇਅਰ ਕਰਨ ਲੱਗੇ ਅਤੇ ਘਰ ਤਿਆਰ ਹੁੰਦਾ ਗਿਆ। ਉਹਨਾਂ ਦੇ ਕਹਿਣ ਤੇ ਘਰ ਦੇ ਵਿੱਚ ਨਵਾਜ਼ ਦੇ ਲਈ ਇੱਕ ਅਲੱਗ ਕਮਰਾ ਬਣਾਇਆ ਗਿਆ। ਪਰ ਮੈਂ ਉਦੋਂ ਹੈਰਾਨ ਹੋਇਆ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਕਮਰੇ ਦੇ ਵਿੱਚ ਹੀ ਰੱਖਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਦੇਖ ਮੈਨੇ ਉਸ ਨੂੰ ਪੁੱਛ ਲਿਆ ਕਿ ਤੁਸੀਂ ਤਾਂ ਮੁਸਲਿਮ ਹੋ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਨਵਾਜ਼ ਵਾਲੇ ਕਮਰੇ ਦੇ ਵਿੱਚ ਕਿਉਂ ਰੱਖਿਆ? ਸ਼ਾਇਦ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮੈਂ ਇੱਕ ਸੱਚਾ ਮੁਸਲਮਾਨ ਹਾਂ ਅਤੇ 5 ਵਕਤਾਂ ਦਾ ਨਿਵਾਜ਼ੀ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਮੇਰੇ ਦਿਲ ਵਿੱਚ ਬਹੁਤ ਸ਼ਰਧਾ ਹੈ। ਇਸ ਦਾ ਰਿਸ਼ਤਾ ਤਾਂ ਮੇਰੇ ਨਾਲ ਜਨਮ ਤੋਂ ਹੀ ਜੁੜਿਆ ਹੋਇਆ ਹੈ। ਮੇਰੇ ਦਿਲ ਦੇ ਵਿੱਚ ਇਹ ਸਭ ਕੁਝ ਜਾਣਨ ਦੀ ਦਿਲਚਸਪੀ ਸੀ, ਇਸ ਲਈ ਮੈਨੇ ਉਸ ਦੀਆਂ ਇਹ ਗੱਲਾਂ ਧਿਆਨ ਨਾਲ ਸੁਣੀਆਂ। ਸ਼ਾਇਦ ਜੀ ਦੱਸਦੇ ਨੇ ਕਿ ਲੁਧਿਆਣੇ ਦੇ ਪੰਜਾਬ 1947 ਤੋਂ ਪਹਿਲਾਂ ਉਹਨਾਂ ਦਾ ਘਰ ਸੀ। 1947 ਦੀ ਵੰਡ ਹੋਈ ਤਾਂ ਪੰਜਾਬ ਛੱਡ ਪਾਕਿਸਤਾਨ ਆ ਗਏ। ਉਸ ਸਮੇਂ ਮੇਰੀ ਉਮਰ ਸਿਰਫ 1 ਸਾਲ ਜਾਂ 1 ਤੋਂ ਘੱਟ ਹੀ ਹੋਵੇਗੀ। ਮੇਰਾ ਪਰਿਵਾਰ ਪਾਕਿਸਤਾਨ ਸਿਆਲਕੋਟ ਪਹੁੰਚਿਆ। ਉੱਥੇ ਸਿਆਲਕੋਟ ਦੇ ਇੱਕ ਪਿੰਡ ਦੇ ਵਿੱਚ ਸਾਨੂੰ ਕੁਝ ਜਗ੍ਹਾ ਤੇ ਇੱਕ ਘਰ ਮਨਜ਼ੂਰ ਹੋਇਆ। ਉਸ ਪਿੰਡ ਦੇ ਵਿੱਚ ਘਰ ਖਾਲੀ ਪਿਆ ਹੋਇਆ ਸੀ ਕਿਉਂਕਿ ਉੱਥੇ ਤੋਂ ਵੀ ਕੁਝ ਹਿੰਦੂ ਅਤੇ ਸਿੱਖ ਪਰਿਵਾਰ ਭਾਰਤ ਆਏ ਸੀ। ਇੱਕ ਘਰ ਪਿੰਡ ਦੇ ਬਾਹਰ ਇੱਕ ਸਾਈਡ ਤੇ ਸੀ। ਉਹੀ ਘਰ ਸਾਨੂੰ ਮਿਲਿਆ। ਅੰਦਰ ਜਾ ਕੇ ਪਤਾ ਲੱਗਿਆ ਕਿ ਉਹ ਘਰ ਸਿੱਖ ਪਰਿਵਾਰ ਦਾ ਸੀ। ਸਾਰਾ ਸਮਾਨ ਅੰਦਰ ਹੀ ਸੀ, ਜਿਵੇਂ ਕੁਝ ਉਠਾਉਣ ਦਾ ਮੌਕਾ ਹੀ ਨਾ ਮਿਲਿਆ ਹੋਵੇ। ਮੇਰੇ ਪਿਤਾ ਜੀ ਨੇ ਸਾਰਾ ਘਰ ਦੇਖਿਆ, ਸਾਫ਼ ਕੀਤਾ, ਪਰ ਇੱਕ ਕੋਨੇ ਦੇ ਵਿੱਚ ਅਲੱਗ ਤੋਂ ਕਮਰਾ ਬਣਿਆ ਹੋਇਆ ਸੀ। ਉਸ ਨੂੰ ਖੋਲਿਆ, ਉਹ ਇੱਕ ਪੂਜਾ ਘਰ ਸੀ। ਮੇਰੇ ਪਿਤਾ ਨੂੰ ਐਵੇਂ ਲੱਗਿਆ ਕਿ ਉਹ ਸਿੱਖ ਪਰਿਵਾਰ ਜਿਨ੍ਹਾਂ ਦਾ ਉਹ ਘਰ ਸੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ਼ਰਧਾ ਰੱਖਦੇ ਹੋਣਗੇ। ਪਹਿਲਾਂ ਤਾਂ ਮੇਰੇ ਪਿਤਾ ਜੀ ਨੇ ਉਸ ਨੂੰ ਹਟਾਉਣ ਦੀ ਸੋਚੀ, ਪਰ ਉਹਨਾਂ ਨੇ ਉਸ ਕਮਰੇ ਨੂੰ ਤਾਲਾ ਲਗਾ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਉਸ ਕਮਰੇ ਦੀ ਜ਼ਰੂਰਤ ਪਈ ਤਾਂ ਕਮਰਾ ਖੋਲ੍ਹਿਆ ਤੇ ਖਾਲੀ ਕਰਨ ਲੱਗੇ। ਅੰਦਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਇੱਕ ਛੋਟਾ ਜਿਹਾ ਗੁਟਕਾ ਸਾਹਿਬ ਤੇ ਕੁਝ ਰੁਮਾਲੇ ਰੱਖੇ ਹੋਏ ਸੀ। ਪਰ ਜਿਵੇਂ ਹੀ ਮੇਰੇ ਪਿਤਾ ਜੀ ਉਸ ਨੂੰ ਹਟਾਉਣ ਲੱਗੇ, ਮੇਰੀ ਮਾਂ ਦੇ ਦਰਦ ਦੇ ਨਾਲ ਚੀਕਾਂ ਮਾਰਨ ਲੱਗੀ। ਪਿਤਾ ਜੀ ਨੇ ਦੇਖਿਆ ਤੇ ਮੇਰੀ ਮਾਂ ਜ਼ਮੀਨ ਦੇ ਉੱਤੇ ਡਿੱਗੀ ਹੋਈ ਸੀ। ਡਾਕਟਰ ਨੂੰ ਦਿਖਾਇਆ ਪਰ ਕੋਈ ਵੀ ਬਿਮਾਰੀ ਨਹੀਂ ਨਿਕਲੀ।
ਉਹ ਕਮਰਾ ਫਿਰ ਬੰਦ ਕਰ ਦਿੱਤਾ ਗਿਆ। ਮਾਂ ਦੇ ਠੀਕ ਹੋਣ ਤੋਂ ਬਾਅਦ ਮੇਰੇ ਪਿਤਾ ਜੀ ਨੇ 4 ਮਹੀਨਿਆਂ ਬਾਅਦ ਉਹ ਕਮਰਾ ਖੋਲ੍ਹਿਆ ਤਾਂ ਮੇਰੇ ਭਾਈ ਉਸ ਸਮੇਂ ਛੱਤ ਤੋਂ ਡਿੱਗ ਪਿਆ ਤੇ ਉਸ ਦੀ ਲੱਤ ਟੁੱਟ ਗਈ। ਉਦੋਂ ਮੇਰੇ ਪਿਤਾ ਨੂੰ ਕੁਝ ਸਮਝ ਆਇਆ, ਪਰ ਜਦੋਂ ਵੀ ਅਚਾਨਕ ਉਹਨਾਂ ਦਾ ਮਨ ਕਰਦਾ ਉਹ ਕਮਰਾ ਖੋਲਦੇ ਤੇ ਉਸ ਕਮਰੇ ਨੂੰ ਨਸ਼ਟ ਕਰਨ ਦੀ ਸੋਚਦੇ ਸੀ, ਪਰ ਕਦੇ ਕਰ ਨਹੀਂ ਸਕੇ। ਜਦੋਂ ਮੈਂ 3 ਸਾਲ ਦਾ ਹੋਇਆ ਉਦੋਂ ਮੈਨੂੰ ਸੁਪਨੇ ਦੇ ਵਿੱਚ ਕੁਝ ਦਿਖਣ ਲੱਗਿਆ। ਪਹਿਲਾਂ ਤਾਂ ਮੈਂ ਡਰ ਕੇ ਉੱਠ ਜਾਂਦਾ ਸੀ, ਪਰ 10-11 ਸਾਲ ਦੀ ਉਮਰ ਦੇ ਵਿੱਚ ਮੈਨੂੰ ਉਸ ਚੀਜ਼ ਨੂੰ ਦੇਖਿਆ ਤੇ ਉਹ ਚੀਜ਼ ਕੋਈ ਹੋਰ ਨਹੀਂ, ਗੁਰੂ ਨਾਨਕ ਦੇਵ ਜੀ ਹੀ ਸਨ। ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਸੀ। ਮੈਨੂੰ ਕਿਹਾ ਕਿ ਆਪਣੇ ਪਿਤਾ ਨੂੰ ਕਹਿ ਕਿ ਇਹ ਕਮਰਾ ਨਾ ਤੋੜਨ। ਇਸ ਕਮਰੇ ਵਿੱਚ ਉਸ ਪਰਿਵਾਰ ਦੀ ਸ਼ਰਧਾ ਬਹੁਤ ਸੀ, ਇਸ ਲਈ ਇਸ ਕਮਰੇ ਨੂੰ ਨਸ਼ਟ ਨਾ ਕਰੋ। ਮੈਂ ਆਪਣੇ ਪਿਤਾ ਜੀ ਨੂੰ ਇਹ ਗੱਲ ਕਹੀ ਤੇ ਮੇਰੇ ਪਿਤਾ ਜੀ ਨੇ ਪਿੰਡ ਦੇ ਕੁਝ ਪੁਰਾਣੇ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇਹ ਘਰ ਕੁਲਵੀਰ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਸੀ। ਪਤੀ ਪਤਨੀ ਰਹਿੰਦੇ ਸੀ, ਉਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਆ ਕਰਦੇ ਸੀ। ਇਸ ਪਿੰਡ ਦੇ ਵਿੱਚ ਮੁਸਲਿਮ, ਹਿੰਦੂ, ਸਿੱਖ ਸਾਰਿਆਂ ਦਾ ਭਾਈਚਾਰਾ ਸੀ। ਇਸੇ ਪਿੰਡ ਦੇ ਮੁਸਲਮਾਨਾਂ ਨੇ ਸੁਰੱਖਿਅਤ ਨਾਲ ਪਤੀ ਪਤਨੀ ਨੂੰ ਬਾਰਡਰ ਪਾਰ ਕਰਵਾਇਆ ਸੀ, ਕਿਉਂਕਿ ਉਹ ਬਹੁਤ ਨੇਕ ਇਨਸਾਨ ਸੀ। ਉਹਨਾਂ ਦੇ ਘਰ ਦਾ ਉਹ ਕਮਰਾ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਰਧਾ ਤੋਂ ਇੰਨੇ ਪ੍ਰਸੰਨ ਸਨ ਕਿ ਉਸ ਕਮਰੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਾਸ ਮੰਨਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਮੇਰੇ ਪਿਤਾ ਜੀ ਨੂੰ ਪਿੰਡ ਦੇ ਹੀ ਕੁਝ ਮੁਸਲਮਾਨਾਂ ਨੇ ਦੱਸੀਆਂ ਸਨ। ਮੇਰੇ ਪਿਤਾ ਜੀ ਨੂੰ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਹੋਇਆ, ਪਰ ਉਹ ਕਰਨ ਤਾਂ ਕੀ ਕਰਨ, ਕਿਉਂਕਿ ਇੱਕ ਮੁਸਲਮਾਨ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉਸ ਨੂੰ ਦੇਖ ਲੋਕ ਕੀ ਕਹਿਣਗੇ। ਉਸ ਦੀ ਨਹੀਂ, ਮੇਰੇ ਪਿਤਾ ਜੀ ਸੁਪਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤੇ ਉਹਨਾਂ ਨੇ ਕਿਹਾ ਕਿ ਇਸ ਕਮਰੇ ਨੂੰ ਨਸ਼ਟ ਨਾ ਕਰੋ, ਇਸ ਕਮਰੇ ਨੂੰ ਏਦਾਂ ਹੀ ਰਹਿਣ ਦਿਓ, ਇਸ ਜਗ੍ਹਾ ਨੂੰ ਆਪਣੇ ਖੁਦਾ ਦੇ ਲਈ ਯਾਦ ਕਰਨ ਲਈ ਰੱਖੋ, ਤੁਹਾਡਾ ਪਰਿਵਾਰ ਬਹੁਤ ਅੱਗੇ ਜਾਵੇਗਾ। ਪਿਤਾ ਜੀ ਨੇ ਇਦਾਂ ਹੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਉੱਥੇ ਹੀ ਰਹਿਣ ਦਿੱਤਾ ਅਤੇ ਉੱਥੇ ਹੀ ਨਵਾਜ਼ ਅਦਾ ਕਰਦੇ ਰਹੇ। ਮੇਰੇ ਪਿਤਾ ਜੀ ਨੂੰ ਉੱਥੇ ਹੀ ਨੌਕਰੀ ਮਿਲੀ ਤੇ ਸਾਨੂੰ ਪੜ੍ਹਾਇਆ ਲਿਖਾਇਆ ਤੇ ਅਸੀਂ ਇੰਗਲੈਂਡ ਦੇ ਵਿੱਚ ਆ ਕੇ ਰਹਿਣ ਲੱਗੇ। ਮਾਤਾ ਪਿਤਾ ਜੀ ਉੱਥੇ ਹੀ ਉਸੇ ਘਰ ਦੇ ਵਿੱਚ ਦੇਹਾਂਤ ਹੋ ਗਿਆ ਅਤੇ ਉਹ ਘਰ ਕਈ ਸਾਲਾਂ ਤੋਂ ਬਾਅਦ ਡਿੱਗ ਪਿਆ ਤੇ ਉਦੋਂ ਹੀ ਮੈਂ ਇੰਗਲੈਂਡ ਤੋਂ ਆਇਆ ਤੇ ਪਹਿਲਾਂ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ, ਪਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। ਉੱਥੇ ਰੁਮਾਲੇ ਤੇ ਮੂਲ ਮਾਲਾ ਪਈਆਂ ਹੋਈਆਂ ਸੀ। ਮੈਨੇ ਆਪਣੀ ਮੱਤ ਦੇ ਮੁਤਾਬਿਕ ਮੈਂ ਖਰਾਬ ਰੁਮਾਲਿਆਂ ਨੂੰ ਪਾਣੀ ਦਾ ਵਿੱਚ ਵਧਾ ਦਿੱਤਾ ਤੇ ਮਾਲਾ ਆਪਣੇ ਨਾਲ ਹੀ ਇੰਗਲੈਂਡ ਲੈ ਆਇਆ ਤੇ ਉਦੋਂ ਤੋਂ ਹੀ ਇਹ ਮਾਲਾ ਮੇਰੇ ਨਾਲ ਹੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਗਏ ਇਹ ਮੈਨੂੰ ਨਹੀਂ ਪਤਾ। ਇਹ ਇੱਕ ਰਾਜ ਹੀ ਹੈ। ਗੁਰਸੇਵਕ ਸਿੰਘ ਕਹਿੰਦੇ ਨੇ ਸ਼ਾਇਦ ਦਾ ਘਰ ਬਣਨ ਤੋਂ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਮਿਲਣ ਦੇ ਲਈ ਗਿਆ ਤੇ ਪਤਾ ਚੱਲਿਆ ਕਿ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਹੈ, ਪਰ ਉਹਨਾਂ ਦੇ ਲੜਕੇ ਨੇ ਮੈਨੂੰ ਉਹ ਮਾਲਾ ਦਿੱਤੀ ਤੇ ਕਿਹਾ ਕਿ ਪਿਤਾ ਜੀ ਨੇ ਕਿਹਾ ਸੀ ਕਿ ਇਹ ਇਮਾਨਤ ਆਪ ਨੂੰ ਸੌਂਪ ਦੇਣ। ਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਜਿਹਾ ਬਦਲਾਵ ਆਇਆ ਤੇ ਉਸ ਬਦਲਾਵ ਦੇ ਬਾਰੇ ਜੋ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਪਰ ਉਹਨਾਂ ਦੀ ਫੈਮਿਲੀ ਨੂੰ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤੀ ਸੀ ਕਿ ਇਹ ਮੇਰੀ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਤੇ ਉਹਨਾਂ ਦੇ ਪਰਿਵਾਰ ਨੇ ਇਹ ਅਮਾਨਤ ਇੰਨੇ ਸਮੇਂ ਤੱਕ ਕਿਉਂ ਸੰਭਾਲ ਕੇ ਰੱਖੀ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।